ਸਾਰਿਆਂ ਨੂੰ ਜੈ ਮਸੀਹ ਦੀ। ਮੈਂ ਤੁਹਾਡਾ ਆਪਣਾ ਭਰਾ ਵਿਕਰਮ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਅੱਜ ਤੁਹਾਡੇ ਕੋਲ ਫੇਰ ਬੁਲਾਇਆ ਗਿਆ ਹਾਂ ਤੇ ਆਪਾਂ ਅੱਜ ਗੱਲ ਕਰਦੇ ਹਾਂ ਪਵਿੱਤਰ ਬਾਈਬਲ ਦੇ ਬਚਨ ਯਸ਼ਾਇਆ ਨਬੀ ਦੀ ਬੁੱਕ 55 ਅਧਿਆਏ ਤੇ ਉਸ ਦੀ ਪਹਿਲੀ ਆਇਤ ਦੇ ਵਿੱਚੋਂ ਆਪਾਂ ਅੱਜ ਬਚਨ ਤੇ ਗੱਲ ਕਰਦੇ ਹਾਂ। ਸੋ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਚਾਹੁੰਦਾ ਹਾਂ ਜਿਸ ਤੋਂ ਤੁਸੀਂ ਜਾਣ ਸਕੋ ਕਿ ਪਰਮੇਸ਼ਵਰ ਦਾ ਬਚਨ ਸਾਡੇ ਨਾਲ ਅੱਜ ਕੀ ਗੱਲ ਕਰਨਾ ਚਾਹੁੰਦਾ ਹੈ। ਆਪਾਂ ਪੜ੍ਹਦੇ ਹਾਂ ਪਹਿਲੀ ਆਇਤ 55 ਅਧਿਆਏ। ਹਰੇਕ ਜੋ ਤਿਹਾਇਆ ਹੈ ਤੁਸੀਂ ਪਾਣੀ ਲਓ ਅਤੇ ਜਿਹਦੇ ਕੋਲ ਚਾਂਦੀ ਨਹੀਂ ਤੁਸੀਂ ਆਓ ਲਓ ਖਾ ਲਓ ਅਤੇ ਬਿਨਾਂ ਚਾਂਦੀ ਬਿਨਾਂ ਮੁੱਲ ਮੱਧ ਤੇ ਦੁੱਧ ਲਓ। ਜਿਹੜੀ ਰੋਟੀ ਨਹੀਂ ਉਹਦੇ ਲਈ ਤੁਸੀਂ ਆਪਣੀ ਚਾਂਦੀ ਅਤੇ ਜਿਹੜੀ ਚੀਜ਼ ਰਜਾਉਂਦੀ ਨਹੀਂ ਉਹਦੇ ਲਈ ਆਪਣੀ ਮਿਹਨਤ ਕਿਉਂ ਖਰਚਦੇ ਹੋ। ਧਿਆਨ ਨਾਲ ਮੇਰੀ ਸੁਣੋ ਅਤੇ ਚੰਗਾ ਖਾਓ, ਤੁਹਾਡਾ ਜੀ ਤਿਧਿਆਈ ਨਾਲ ਤ੍ਰਿਪਤ ਹੋ ਜਾਵੇ। ਆਮੀਨ। ਸੋ ਪਰਮੇਸ਼ਵਰ ਦਾ ਬਚਨ ਯਸ਼ਾਇਆ ਨਬੀ ਦੀ ਬੁੱਕ ਦੇ ਵਿੱਚ ਜੋ ਪਰਮੇਸ਼ਵਰ ਦੇ ਦਾਸ ਯਸ਼ਾਇਆ ਨੇ ਇੱਕ ਪ੍ਰੋਫੈਟਿਕ ਵਰਡ ਬੋਲਿਆ ਕਿ ਪਰਮੇਸ਼ਵਰ ਦੀ ਬਾਣੀ ਕਹਿੰਦੀ ਆ ਕਿ ਤੁਸੀਂ ਜਿਹੜੇ ਤਿਹਾਏ ਆ ਉਹ ਮੇਰੇ ਕੋਲ ਆਓ ਪਾਣੀ ਲਓ। ਤੇ ਅੱਗੇ ਕਹਿੰਦਾ ਕਿ ਜਿਹਦੇ ਕੋਲ ਚਾਂਦੀ ਨਹੀਂ ਆ ਤੁਸੀਂ ਮੇਰੇ ਕੋਲ ਆਓ ਤੇ ਖਾਣ ਵਾਸਤੇ ਖਾਣ ਵਾਲੀਆਂ ਵਸਤਾਂ ਲਓ ਤੇ ਬਿਨਾਂ ਮੁੱਲ ਮੱਧ ਤੇ ਦੁੱਧ ਲਓ। ਪਰਮੇਸ਼ਵਰ ਸਾਨੂੰ ਅਜਿਹੀਆਂ ਚੀਜ਼ਾਂ ਜੋ ਸਾਡੇ ਆਤਮਿਕ ਜੀਵਨ ਦੇ ਨਾਲ ਰਿਲੇਟਡ ਹੈ ਉਹ ਗੱਲਾਂ ਸਾਨੂੰ ਬਚਨ ਦੇ ਵਿੱਚ ਦੱਸਦਾ ਆ। ਤੇ ਪਰਮੇਸ਼ਵਰ ਦਾ ਬਚਨ ਦੂਜੀ ਆਇਤ ਦੇ ਵਿੱਚ ਕਹਿੰਦਾ ਕਿ ਜਿਹੜੀ ਰੋਟੀ ਰਜਾਉਂਦੀ ਨਹੀਂ ਤੁਸੀਂ ਉਹਦੇ ਲਈ ਆਪਣਾ ਪੈਸਾ ਧਨ ਕਿਉਂ ਖਰਚ ਕਰਦੇ ਹੋ। ਮਤਲਬ ਕਿ ਬਚਨ ਸਾਨੂੰ ਕਹਿੰਦਾ ਹੈ ਕਿ ਸਾਡੀਆਂ ਜ਼ਿੰਦਗੀ ਦੀਆਂ ਕੁਝ ਅਜਿਹੀਆਂ ਗੱਲਾਂ ਜੋ ਸਰੀਰ ਨਾਲ ਰਿਲੇਟਡ ਨੇ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਹੈ, ਜੋ ਸਾਡੇ ਖਾਣ ਪੀਣ ਪਹਿਰਾਵਾ ਜਾਂ ਫਿਰ ਸਾਡੀਆਂ ਸਰੀਰ ਦੀਆਂ ਕਾਮਨਾਵਾਂ ਜੋ ਰੋਟੀ ਦੀ ਤਰ੍ਹਾਂ ਸਾਨੂੰ ਕੁਝ ਪਲਾਂ ਦਾ ਸਕੂਨ ਦਿੰਦੀਆਂ ਤੇ ਸਵੇਰ ਤੱਕ ਅਸੀਂ ਫਿਰ ਉੱਦਾਂ ਦੇ ਹੋ ਜਾਂਦੇ ਹਾਂ। ਤੇ ਬਚਨ ਗੱਲ ਕਰਦਾ ਕਿ ਹਰੇਕ ਜੋ ਤਿਹਾਇਆ ਮੇਰੇ ਕੋਲ ਆਓ, ਹਰੇਕ ਜੋ ਤਿਹਾਇਆ ਮੇਰੇ ਕੋਲ ਆਓ ਕਿ ਮੈਂ ਤੁਹਾਨੂੰ ਪਾਣੀ ਦੇਵਾਂਗਾ ਬਿਨਾਂ ਮੁੱਲ ਤੋਂ। ਸੋ ਆਪਾਂ ਇਸ ਕੰਟੈਕਟ ਨੂੰ ਇਸ ਸੈਂਟੈਂਸ ਨੂੰ ਬਾਈਬਲ ਦੇ ਵਿੱਚ ਪੂਰਾ ਹੁੰਦਾ ਦੇਖਦੇ ਹਾਂ। ਯਸ਼ਾਇਆ ਨਬੀ ਦੇ ਇਸ ਪ੍ਰੋਫੈਟਿਕ ਵਰਡ ਨੂੰ ਪੜਾਂਗੇ ਆਪਾਂ ਬਾਈਬਲ ਦੇ ਵਿੱਚੋਂ ਯੋਹੰਨਾ ਦੀ ਅੰਜੀਲ 7ਵਾਂ ਅਧਿਆਏ ਤੇ 37 ਆਇਤ, ਜਿੱਥੇ ਲਿਖਿਆ ਹੋਇਆ ਹੈ ਪਿਛਲੇ ਦਿਨੀ ਜਿਹੜਾ ਤਿਉਹਾਰ ਦਾ ਵੱਡਾ ਦਿਨ ਸੀ ਯਿਸੂ ਖੜਾ ਹੋਇਆ ਤੇ ਇਹ ਕਹਿ ਕੇ ਉੱਚੀ ਬੋਲਿਆ ਕਿ ਜੇ ਕੋਈ ਤਿਹਾਇਆ ਹੋਵੇ ਤਾਂ ਮੇਰੇ ਕੋਲ ਆਵੇ ਅਤੇ ਪੀਵੇ। ਜੋ ਕੋਈ ਮੇਰੇ ਉੱਤੇ ਨਿਸ਼ਚਾ ਕਰਦਾ ਹੈ ਲਿਖਤ ਅਨੁਸਾਰ ਅੰਮ੍ਰਿਤ ਜਲ ਦੀਆਂ ਨਦੀਆਂ ਉਹਦੇ ਅੰਦਰੋਂ ਵਗਣਗੀਆਂ। ਪਰ ਉਹਨੇ ਇਹ ਗੱਲ ਆਤਮਾ ਦੇ ਵਿਖੇ ਆਖੀ ਜਿਹੜਾ ਉਹਨਾਂ ਨੂੰ ਪ੍ਰਾਪਤ ਹੋਣਾ ਸੀ ਜਿਨ੍ਹਾਂ ਨੇ ਉਸ ਉੱਤੇ ਨਿਸ਼ਚਾ ਕੀਤੀ, ਕਿਉਂਕਿ ਆਤਮਾ ਅਜੇ ਦਿੱਤਾ ਨਾ ਗਿਆ ਸੀ, ਇਸ ਲਈ ਜੋ ਯਿਸੂ ਦਾ ਤੇਜ ਅਤੇ ਪ੍ਰਕਾਸ਼ ਨਹੀਂ ਹੋਇਆ ਸੀ। ਹਾਲੇਲੂਇਆ। ਸੋ ਬਚਨ ਪ੍ਰਭੂ ਯਿਸੂ ਮਸੀਹ ਦੇ ਵਿਸ਼ੇ 'ਚ ਗੱਲ ਕਰਦਾ ਹੈ ਕਿ ਪ੍ਰਭੂ ਯਿਸੂ ਮਸੀਹ ਨੇ ਜੋ ਆਪਣੇ ਬਚਨ ਦੇ ਵਿੱਚ ਯੋਹੰਨਾ ਦੀ ਅੰਜੀਲ ਦੇ ਵਿੱਚ ਜਦੋਂ ਉਹ ਫਰੀਸੀਆਂ ਦੇ ਨਾਲ ਯਹੂਦੀਆਂ ਦੇ ਨਾਲ ਗੱਲ ਕਰਦਾ ਸੀਗਾ, ਪ੍ਰਭੂ ਯਿਸੂ ਮਸੀਹ ਨੇ ਕਿਹਾ ਹਰੇਕ ਜੋ ਤਿਹਾਇਆ ਮੇਰੇ ਕੋਲ ਆਓ। ਤੇ ਇਹ ਬਚਨ ਇੱਥੇ ਪੂਰਾ ਹੁੰਦਾ ਆ ਤੇ ਬਹੁਤ ਸਾਰੇ ਉੱਥੇ ਜਿੰਨੀ ਭੀੜ ਸੀ ਕਈਆਂ ਨੇ ਇਹ ਗੱਲਾਂ ਸੁਣ ਕੇ ਮਤਲਬ ਕਿਹਾ ਕਿ ਸੱਚੀ ਮੁੱਚੀ ਇਹ ਨਬੀ ਆ, ਕਿਉਂਕਿ ਨਬੀਆਂ ਦੀਆਂ ਗੱਲਾਂ ਉਹ ਗੱਲਾਂ ਕਰ ਰਿਹਾ ਸੀਗਾ ਨਾ। ਤੇ ਦੂਜਿਆਂ ਨੇ ਕਿਹਾ ਕਿ ਨਹੀਂ ਭਲਾ ਗਲੀਲ ਦੇ ਵਿੱਚੋਂ ਵੀ ਕੋਈ ਵਧੀਆ ਉੱਤਮ ਚੀਜ਼ ਨਿਕਲ ਸਕਦੀ ਹੈ, ਕਿਉਂਕਿ ਗਲੀਲ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਸਾਡਾ ਐਨੀਮੀ ਦੇਸ਼ ਪਾਕਿਸਤਾਨ ਆ ਤੇ ਅਸੀਂ ਉਮੀਦ ਨਹੀਂ ਕਰਦੇ ਹੈਗੇ ਕਿ ਪਾਕਿਸਤਾਨ ਦੇ ਲੋਕਾਂ ਦੇ ਵਿੱਚੋਂ ਵੀ ਕੋਈ ਵਧੀਆ ਇੰਡੀਆ ਦੇ ਨਾਲ ਲਵ ਕਰਨ ਵਾਲਾ ਇਨਸਾਨ ਹੋਵੇਗਾ ਨਾ, ਕਿਉਂਕਿ ਸਾਨੂੰ ਲੱਗਦਾ ਕਿ ਪਾਕਿਸਤਾਨ ਸਾਡਾ ਦੁਸ਼ਮਣ ਹੈ, ਕਿ ਪਾਕਿਸਤਾਨ ਦੇ ਵਿੱਚ ਸ਼ਾਇਦ ਕੋਈ ਅਜਿਹਾ ਬੰਦਾ ਨਹੀਂ ਹੋਵੇਗਾ ਜਿਹੜਾ ਇੰਡੀਅਨ ਆਰਮੀ ਤੇ ਇੰਡੀਆ ਦੇ ਜਵਾਨਾਂ ਵਾਸਤੇ ਦੁਆਵਾਂ ਪ੍ਰਾਰਥਨਾ ਕਰਦਾ ਹੋਵੇਗਾ। ਸੇਮ ਉਹਨਾਂ ਨੇ ਕਿਹਾ ਕਿ ਗਲੀਲ ਦੇ ਵਿੱਚੋਂ ਉੱਤਮ ਭੇਟ ਕਦੀ ਨਹੀਂ ਨਿਕਲ ਸਕਦੀ। ਫਿਰ ਕਿਸੇ ਨੇ ਕਿਹਾ ਕਿ ਮਸੀਹ ਦਾਊਦ ਦੀ ਅੰਸ਼ ਬੈਤਲਹਮ ਦੀ ਨਗਰੀ ਵਿੱਚ ਜੋ ਹੈ ਉਹਦੇ ਵਿੱਚੋਂ ਆਵੇਗਾ, ਪਰ ਕਿਸੇ ਨੇ ਇਹ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਪ੍ਰਭੂ ਯਿਸੂ ਮਸੀਹ ਜਿਹੜੀਆਂ ਗੱਲਾਂ ਕਰਦਾ ਆ ਉਹ ਪਵਿੱਤਰ ਆਤਮਾ ਦੇ ਨਾਲ ਭਰ ਕੇ ਕਰਦਾ ਆ। ਤੇ ਪ੍ਰਭੂ ਯਿਸੂ ਮਸੀਹ ਦੇ ਚਮਤਕਾਰਾਂ ਦੇ ਖਿਲਾਫ ਉਹ ਯਹੂਦੀ ਉਹ ਫਰੀਸੀ ਤੇ ਉਹ ਆਪਣੇ ਵੱਡੇ ਜਾਜਕ ਇਸ ਲਈ ਸੀਗੇ ਕਿ ਕਿਉਂਕਿ ਉਹਨਾਂ ਦਾ ਧੰਦਾ ਬੰਦ ਹੋ ਰਿਹਾ ਸੀ। ਪਰ ਪ੍ਰਭੂ ਯਿਸੂ ਮਸੀਹ ਜੋ ਅੰਮ੍ਰਿਤ ਜਲ ਦੀ ਗੱਲ ਕਰ ਰਿਹਾ ਉਸ ਨੂੰ ਮੈਂ ਸਪਸ਼ਟ ਕਰਨ ਦੇ ਲਈ ਅੱਗੇ ਪੜਾਂਗਾ।
ਪ੍ਰਕਾਸ਼ ਦੀ ਬੁੱਕ 21 ਅਧਿਆਏ ਦੇ ਵਿੱਚੋਂ ਮੈਂ ਪੜਾਂਗਾ 6ਵੀਂ ਆਇਤ। ਪ੍ਰਕਾਸ਼ ਦੀ ਬੁੱਕ 21 ਅਧਿਆਏ ਚੋਂ 6ਵੀਂ ਆਇਤ ਪੜ੍ਹਦੇ ਹਾਂ ਆਪਾਂ, ਜਿੱਥੇ ਯਿਸੂ ਮਸੀਹ ਦੇ ਯਿਸੂ ਮਸੀਹ ਦਾ ਪ੍ਰਕਾਸ਼ਮਾਨ ਯਹੋਨਾ ਦੇ ਉੱਤੇ ਹੋਇਆ ਹੈ। ਉੱਥੇ ਲਿਖਿਆ ਹੋਇਆ ਪ੍ਰਕਾਸ਼ ਦੀ ਬੁੱਕ 21 ਅਧਿਆਏ ਦੀ 6ਵੀਂ ਆਇਤ, ਅਤੇ ਉਹਨ ਮੈਨੂੰ ਆਖਿਆ, ਹੋ ਗਿਆ ਹੈ, ਮੈਂ ਅਲਫਾ ਅਤੇ ਓਮੇਗਾ, ਆਦ ਅਤੇ ਅੰਤ ਹਾਂ। ਜਿਹੜਾ ਤਿਹਾਇਆ ਹੈ ਮੈਂ ਉਹਨੂੰ ਅੰਮ੍ਰਿਤ ਜਲ ਦੇ ਸੋਤੇ ਵਿੱਚੋਂ ਮੁਕਤ ਪਿਆਵਾਂਗਾ। ਪ੍ਰਭੂ ਯਿਸੂ ਮਸੀਹ ਜੋ ਸਿੰਘਾਸਣ ਤੇ ਬੈਠ ਕੇ ਯਹੋਨਾ ਨੂੰ ਦੱਸ ਰਿਹਾ ਕਿ ਮੈਂ ਅਲਫਾ ਤੇ ਓਮੇਗਾ ਹਾਂ। ਜਿਹਨੂੰ ਪ੍ਰਭੂ ਯਿਸੂ ਮਸੀਹ ਨੂੰ ਲੋਕਾਂ ਨੇ ਕਬੂਲਿਆ ਨਹੀਂ, ਉਹ ਅੱਜ ਆਪਣੇ ਪਵਿੱਤਰ ਵਚਨ ਪ੍ਰਕਾਸ਼ਮਾਨ ਦੀ ਬੁੱਕ ਦੇ ਵਿੱਚ, ਜੋ ਕਿ ਸੰਸਾਰ ਦੇ ਵਿੱਚ ਘਟਨਾਵਾਂ ਵਾਪਰਨੀਆਂ ਨੇ, ਇੱਕ ਬਹੁਤ ਹੀ ਵੱਡੀ ਪੁਸਤਕ ਜਿਸ ਨੂੰ ਪੜ੍ਹ ਕੇ ਅਸੀਂ ਖੁਦ ਡਰ ਜਾਂਦੇ ਹਾਂ ਕਿ ਪਰਮੇਸ਼ਵਰ ਦੇ ਰਾਜ ਦੇ ਵਿੱਚ ਵੜਨਾ ਕਿੰਨਾ ਔਖਾ ਆ। ਸੋ 22 ਅਧਿਆਏ ਦੇ ਵਿੱਚ ਆਪਾਂ ਸੇਮ ਪੜਾਂਗੇ ਯਿਸੂ ਮਸੀਹ ਬਾਰੇ, ਜਿੱਥੇ ਲਿਖਿਆ 22 ਅਧਿਆਏ ਦੀ 15 ਆਇਤ ਦੇ ਵਿੱਚ ਮੈਂ ਪੜ੍ਹਦਾ ਹਾਂ। ਸੋ 22 ਅਧਿਆਏ ਦੀ 17 ਪੜਾਂਗਾ। ਆਤਮਾ ਅਤੇ ਲਾੜੀ ਆਖਦੀ ਹੈ, ਆਓ। ਜਿਹੜਾ ਸੁਣਦਾ ਹੋਵੇ ਉਹ ਕਹੇ, ਆਓ। ਜਿਹੜਾ ਤਿਹਾਇਆ ਹੋਵੇ ਉਹ ਆਵੇ। ਜਿਹੜਾ ਚਾਹੇ ਅੰਮ੍ਰਿਤ ਜਲ ਮੁਕਤ ਲਵੇ। ਸੋ ਯਿਸੂ ਮਸੀਹ, ਜੋ ਕਿ ਪ੍ਰਭੂ ਯਿਸੂ ਮਸੀਹ ਦੇ ਬਾਰੇ ਬਾਈਬਲ ਦੱਸਦੀ ਹੈ ਕਿ ਉਹ ਅੰਮ੍ਰਿਤ ਜਲ ਦੀ ਨਦੀ ਆ। ਪ੍ਰਭੂ ਯਿਸੂ ਮਸੀਹ ਦੇ ਬਚਨ ਨੇ ਕਲੀਅਰ ਕਰਤਾ ਕਿ ਆਪਾਂ ਉਤਪਤੀ ਬੁੱਕ ਦੇ ਵਿੱਚ ਆਪਾਂ ਜਦੋਂ ਦੂਜੇ ਅਧਿਆਏ ਦੀ 15 ਆਇਤ ਦੇ ਵਿੱਚ ਆਪਾਂ ਪੜ੍ਹਦੇ ਹਾਂ ਕਿ ਪਰਮੇਸ਼ਵਰ ਨੇ ਕਿਹਾ ਕਿ ਜਿੱਥੇ ਉਹਦੇ ਸਿੰਘਾਸਣ ਤੋਂ ਨਦੀਆਂ ਨਿਕਲਦੀਆਂ, ਉਹ ਨਦੀ ਯਿਸੂ ਮਸੀਹ ਖੁਦ ਹੈ, ਜੋ ਕਿ 4 ਦਿਸ਼ਾਵਾਂ ਦੇ ਵਿੱਚ ਉਹ ਵੰਡ ਹੋ ਗਈ ਆ ਕੇ ਨਾ, 4 ਜਗ੍ਹਾਵਾਂ ਦੇ ਵਿੱਚ ਉਹ ਨਦੀ ਵੰਡ ਹੋਈ। ਪ੍ਰਭੂ ਯਿਸੂ ਮਸੀਹ ਹੀ ਉਹ ਨਦੀ ਦਾ ਮੁੱਢ ਹੈ। ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਅੱਗੇ ਵਚਨ ਦੇ ਵਿੱਚ, ਜੋ ਕਿ 11 ਅਧਿਆਏ ਯਸ਼ਾਇਆ 11 ਅਧਿਆਏ ਦੀ ਵਿੱਚੋਂ ਮੈਂ ਪੜਾਂਗਾ ਪਹਿਲੀ ਤੇ ਦੂਜੀ ਆਇਤ। ਯਸ਼ਾਇਆ ਦੀ 11 ਦੇ ਵਿੱਚੋਂ ਪਹਿਲੀ ਤੇ ਦੂਜੀ ਆਇਤ, ਤਾਂ ਕਿ ਮੈਂ ਤੁਹਾਨੂੰ ਬੜੇ ਸੌਖੇ ਤਰੀਕੇ ਦੇ ਨਾਲ ਇਸ ਨੂੰ ਮੈਂ ਕੰਪਲੀਟ ਕਰ ਸਕਾਂ, ਸਮਝਾ ਸਕਾਂ ਤੇ ਖੁਦ ਵੀ ਸਮਝ ਸਕਾਂ। 11 ਅਧਿਆਏ ਦੀ ਪਹਿਲੀ ਆਇਤ, ਜੱਸੀ ਦੇ ਟੁੰਡ ਤੋਂ ਇੱਕ ਲੰਗੇਰ ਨਿਕਲੇਗੀ ਤੇ ਉਹਦੀਆਂ ਜੜ੍ਹਾਂ ਵਿੱਚੋਂ ਇੱਕ ਟਹਿਣਾ ਫਲ, ਉਹਦੀਆਂ ਜੜ੍ਹਾਂ ਵਿੱਚੋਂ ਇੱਕ ਟਹਿਣਾ ਫਲ ਦੇਵੇਗਾ। ਯਹੋਵਾ ਦਾ ਆਤਮਾ ਉਸ ਉੱਤੇ ਠਹਿਰੇਗਾ, ਬੁੱਧ ਤੇ ਸਮਝ ਦਾ ਆਤਮਾ, ਸਲਾਹ ਤੇ ਸਮਰਥ ਦਾ ਆਤਮਾ, ਯਹੋਵਾ ਦੇ ਗਿਆਨ ਦਾ ਤੇ ਭੈ ਦਾ ਆਤਮਾ। ਹਾਲੇਲੂਇਆ। ਸੋ ਬਚਨ ਦੱਸਦਾ ਕਿ ਯਿਸੂ ਮਸੀਹ ਬਾਰੇ ਜੋ ਨਬੂਵਤ ਯਸ਼ਾਇਆ ਨਬੀ ਨੇ ਆਪਣੀ ਬੁੱਕ 11 ਅਧਿਆਏ ਦੇ ਵਿੱਚ ਪਹਿਲੀ ਆਇਤ ਦੇ ਵਿੱਚ ਨਬੂਵਤ ਕੀਤੀ ਕਿ ਜੱਸੀ, ਜੋ ਕਿ ਦਾਊਦ ਦਾ ਪਿਤਾ ਸੀਗਾ, ਉਹਦੇ ਵਿੱਚ ਇੱਕ ਜੜ ਨਿਕਲੂਗੀ, ਜੜ ਫੁੱਟੂਗੀ। ਸੋ ਬਚਨ ਇਹ ਕਲੀਅਰ ਕਰਦਾ ਕਿ ਯਿਸੂ ਮਸੀਹ ਦਾਊਦ ਦੇ ਹੀ ਵੰਸ਼ ਦੇ ਵਿੱਚੋਂ, ਉਹਨਾਂ ਹੀ ਗੋਤਰਾਂ ਦੇ ਵਿੱਚੋਂ ਜਨਮਿਆ ਹੈ। ਤੇ ਆਪਾਂ ਦੇਖਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਦੇ ਉੱਤੇ ਸੱਚਮੁੱਚ ਇੱਕ ਸਾਮਰਥ ਦਾ, ਬੁੱਧ ਤੇ ਸ਼ਾਂਤੀ ਦਾ ਆਤਮਾ ਸੀ, ਤੇ ਗਿਆਨ ਤੇ ਭੈ ਦਾ। ਉਹ ਯਿਸੂ ਮਸੀਹ ਖੁਦ ਇੰਨੇ ਵੱਡੇ ਪਰਮੇਸ਼ਵਰ ਹੋ ਕੇ ਇਨਸਾਨਾਂ ਦੇ ਤੁੱਲ ਹੋਏ। ਬਚਨ ਦੱਸਦਾ ਕਿ ਉਹ ਖੁਦ ਪਰਮੇਸ਼ਵਰ ਦੇ ਤੁੱਲ ਹੋ ਕੇ ਇੱਕ ਦਾਸ ਬਣ ਗਿਆ, ਤੇ ਉਸਨੇ ਆਪਣੇ ਆਪ ਨੂੰ ਇੰਨਾ ਨੀਵਾਂ ਕੀਤਾ ਕਿ ਉਹ ਇਨਸਾਨਾਂ ਦੇ ਵਿੱਚ ਆ ਕੇ ਵਸ ਗਿਆ। ਤੇ ਆਪਾਂ ਮੈਂ ਹੋਰ ਬਚਨ ਚੋਂ ਕਲੀਅਰ ਕਰਦਾ ਹਾਂ। ਤੇ ਇਸ ਚੀਜ਼ ਨੂੰ ਮੈਂ ਕਲੀਅਰ ਕਰਨ ਦੇ ਲਈ ਯਿਸੂ ਮਸੀਹ ਦੀ ਇਸ ਪ੍ਰੋਫੈਸੀ ਨੂੰ, ਜੋ ਯਿਸੂ ਮਸੀਹ ਬਾਰੇ ਬੋਲੀ ਗਈ ਸੀ, ਕਲੀਅਰ ਕਰਨ ਦੇ ਲਈ ਆਪਾਂ ਪੜਾਂਗੇ ਰਸੂਲਾਂ ਦੇ ਕਿਤਾਬ 13 ਅਧਿਆਏ ਦੀ 23 ਆਇਤ। 13 ਅਧਿਆਏ ਦੀ 23 ਆਇਤ, ਜਿੱਥੇ ਲਿਖਿਆ ਹੋਇਆ ਹੈ, ਉਸੇ ਦੀ ਅੰਸ਼ ਤੋਂ ਪਰਮੇਸ਼ਵਰ ਨੇ ਆਪਣਾ ਕਰਾਰ ਮਜੂਬ ਇਜ਼ਰਾਈਲ ਦੇ ਕੋਲ ਇੱਕ ਮੁਕਤੀਦਾਤਾ ਯਿਸੂ ਨੂੰ ਲਿਆਂਦਾ। ਹਾਲੇਲੂਇਆ। ਸੋ ਬਚਨ ਦੱਸਦਾ ਹੈ ਕਿ ਉਸੇ ਦੀ ਅੰਸ਼ ਮਤਲਬ ਕਿ ਦਾਊਦ, ਜੋ ਕਿ ਪਰਮੇਸ਼ਵਰ ਦਾ ਚੁਣਿਆ ਹੋਇਆ, ਜੋ ਕਿ ਭੇਡਾਂ ਚਰਾਉਂਦਾ ਸੀਗਾ, ਪਰ ਪਰਮੇਸ਼ਵਰ ਦੇ ਨਾਲ ਕਿਤੇ ਨਾ ਕਿਤੇ ਉਹਦਾ ਵਧੀਆ ਹੀ ਇੱਕ ਬੜਾ ਵਧੀਆ ਪ੍ਰੇਮ ਸੀਗਾ, ਕਿਉਂਕਿ ਉਸਨੇ ਜਦੋਂ ਦਾਊਦ ਇੱਕ ਗੋਲੀਅਤ ਦੇ ਨਾਲ ਲੜਨ ਦੀ ਤਿਆਰੀ ਕਰ ਰਿਹਾ ਸੀ, ਉਸਨੇ ਆਪਣੇ ਆਪ ਨੂੰ ਵੱਡਾ ਨਹੀਂ ਦੱਸਿਆ, ਤਾਕਤਵਰ ਨਹੀਂ ਦੱਸਿਆ, ਜਦ ਕਿ ਬਾਕੀ ਸਭ ਉਸ ਦੇ ਨਾਲ ਮਜ਼ਾਕ ਕਰਦੇ ਸੀਗੇ। ਵਚਨ ਦੱਸਦਾ ਕਿ ਦਾਊਦ ਨੇ ਕਿਹਾ ਕਿ ਗੋਲੀਅਤ ਨੂੰ ਕਿਹਾ ਕਿ ਤੂੰ ਇਜ਼ਰਾਈਲ ਦੇ ਪਰਮੇਸ਼ਵਰ ਯਹੋਵਾ ਦੇ ਖਿਲਾਫ ਜੋ ਬੋਲੀਆਂ ਮਾਰੀਆਂ, ਇਸ ਕਰਕੇ ਮੈਂ ਤੈਨੂੰ ਹਰਾ ਦੇਵਾਂਗਾ। ਤੇ ਬੜਾ ਹੀ ਅਦਭੁਤ ਤੇ ਇੱਕ ਬਹੁਤ ਹੀ ਅਨੋਖਾ ਇਹ ਦਾਊਦ ਦਾ ਜੋ ਰਹੱਸ ਹੈ ਕਿ ਦਾਊਦ ਨੇ ਕਿਸ ਤਰ੍ਹਾਂ ਗੋਲੀਅਤ ਨੂੰ ਇੰਨੇ ਵੱਡੇ ਰਾਖਸ਼ ਰੂਪੀ ਨੂੰ ਹਰਾ ਦਿੱਤਾ। ਤੇ ਬਚਨ ਦੱਸਦਾ ਕਿ ਜਦੋਂ ਅਸੀਂ ਪਰਮੇਸ਼ਵਰ ਦੇ ਨਾਲ ਪ੍ਰੀਤ ਰੱਖਦੇ ਹਾਂ ਕਿ ਪ੍ਰਭੂ ਕਿਤੇ ਨਾ ਕਿਤੇ ਸਾਨੂੰ ਬਚਾਉਂਦਾ ਹੈ। ਆਪਾਂ ਅੱਗੇ ਪੜ੍ਹਦੇ ਹਾਂ
ਯਿਸੂ ਮਸੀਹ ਦਾ ਜੋ ਬਚਨਾਂ ਦੇ ਵਿੱਚ ਯਿਸੂ ਮਸੀਹ ਬਾਰੇ ਪ੍ਰੋਫੈਸੀਆਂ ਹੋਈਆਂ ਉਹਨਾਂ ਨੂੰ ਕਲੀਅਰ ਕਰਨ ਦੇ ਲਈ ਜਰਮੀਆ ਦੀ ਬੁੱਕ 23 ਅਧਿਆਏ ਦੀ 5 ਆਇਤ ਪੜਾਂਗਾ। ਜਰਮੀਆ ਦੀ ਬੁੱਕ 23 ਅਧਿਆਏ ਦੀ 5 ਆਇਤ, ਜਿੱਥੇ ਲਿਖਿਆ ਹੋਇਆ ਹੈ, ਜਰਮੀਆ ਦੀ ਬੁੱਕ 23 ਅਧਿਆਏ ਦੀ 12। ਜਰਮੀਆ 23 ਦੀ 12:5 ਦੇ ਵਿੱਚ ਲਿਖਿਆ ਹੋਇਆ ਹੈ, ਵੇਖੋ ਉਹ ਦਿਨ ਆਉਂਦੇ ਹਨ, ਯਹੋਵਾ ਦਾ ਵਾਕ ਹੈ ਕਿ ਮੈਂ ਦਾਊਦ ਲਈ ਇੱਕ ਧਰਮੀ ਸਾਖ ਖੜੀ ਕਰਾਂਗਾ। ਉਹ ਰਾਜਾ ਹੋ ਕੇ ਰਾਜ ਕਰੇਗਾ ਅਤੇ ਬੁੱਧਵਾਨ ਹੋਵੇਗਾ ਅਤੇ ਦੇਸ਼ ਵਿੱਚ ਇਨਸਾਫ ਤੇ ਧਰਮ ਦੇ ਕੰਮ ਕਰੇਗਾ। ਹਾਲੇਲੂਇਆ। ਸੋ ਇਹ ਬਚਨ ਜੋ ਯਿਸੂ ਮਸੀਹ ਦੇ ਬਾਰੇ ਲਿਖਿਆ ਗਿਆ ਹੈ ਕਿ ਉਹ ਰਾਜਾ ਹੋ ਕੇ ਬੁੱਧੀ ਦੇ ਨਾਲ ਸਾਰਿਆਂ ਦੇ ਉੱਤੇ ਉਹ ਰਾਜ ਕਰੇਗਾ ਤੇ ਅਨਿਆ ਜਾਤੀ ਤੱਕ ਦਾ ਵੀ ਉਹ ਨਿਆਂ ਕਰੇਗਾ। ਤੁਸੀਂ ਜਾਣਦੇ ਹੋ ਕਿ ਪ੍ਰਭੂ ਯਿਸੂ ਮਸੀਹ ਨੂੰ ਕਿਸ ਤਰ੍ਹਾਂ ਨਿਖੇਧਿਆ ਗਿਆ ਇਨਸਾਨਾਂ ਦੁਆਰਾ, ਤੇ ਪ੍ਰਭੂ ਯਿਸੂ ਮਸੀਹ ਨੂੰ ਕਿਸ ਤਰ੍ਹਾਂ ਕੌੜਿਆਂ ਨਾਲ ਮਾਰ ਕੇ ਇੱਕ ਮਜ਼ਾਕੀਆ ਬਣਾ ਕੇ ਕਰੂਜ਼ ਦੇ ਉੱਤੇ ਉਸਦੇ ਸਿਰ ਦੇ ਉੱਤੇ ਕੰਡਿਆਂ ਦਾ ਤਾਜ ਪਹਿਨਾ ਕੇ ਤੇ ਹੱਥ ਦੇ ਵਿੱਚ ਕਾਨਾ ਪਹਿਨਾ ਕੇ ਕਿ ਯਹੂਦੀਆਂ ਦਾ ਰਾਜਾ ਕਹਿ ਕੇ ਮਜ਼ਾਕ ਕਰਕੇ ਉਸ ਨੂੰ ਸਲੀਬ ਤੇ ਚੜਾਇਆ ਗਿਆ। ਸੱਚਮੁੱਚ ਪ੍ਰਭੂ ਦਾ ਬਚਨ ਇਹ ਕਲੀਅਰ ਕਰਦਾ ਕਿ ਯਿਸੂ ਮਸੀਹ ਦੇ ਬਾਰੇ ਜੋ ਪ੍ਰੋਫੈਸੀ ਹੋਈ ਸੀ ਕਿ ਯਸ਼ਾਇਆ ਨਬੀ ਦੁਆਰਾ, ਜਿਸ ਨੇ ਕਿ ਬਹੁਤ ਵੱਡੀਆਂ ਪ੍ਰੋਫੈਸੀਆਂ ਕੀਤੀਆਂ ਕਿ ਉਹ ਸਾਡੇ ਹੀ ਪਾਪਾਂ ਦੇ ਕਾਰਨ, ਸਾਡੇ ਅਪਰਾਧਾਂ ਦੇ ਕਾਰਨ ਘਾਇਲ ਕੀਤਾ ਗਿਆ ਅਤੇ ਉਸਨੇ ਸਾਡੀ ਹੀ ਖਾਤਰ ਤਾੜਨਾ ਝੱਲੀ, ਤੇ ਉਹ ਇੱਕ ਮੇਮਣੀ ਦੀ ਤਰ੍ਹਾਂ ਭੋਲਾ ਬਣ ਕੇ ਇੱਕ ਭੇਡੂ ਦੀ ਤਰ੍ਹਾਂ ਕਤਲ ਕੀਤਾ ਗਿਆ। ਜਿਸ ਤਰ੍ਹਾਂ ਇੱਕ ਭੇਡੂ ਉੱਨ ਕਤਰਨ ਲਈ ਭੇਜਿਆ ਜਾਂਦਾ ਤੇ ਉਹ ਗੂੰਗਾ ਬਣ ਕੇ ਰਿਹਾ, ਪ੍ਰਭੂ ਯਿਸੂ ਮਸੀਹ ਨੇ ਸਾਡੀ ਖਾਤਰ ਹੀ ਤਾੜਨਾ ਝੱਲੀ। ਤੇ ਪ੍ਰਭੂ ਯਿਸੂ ਮਸੀਹ ਸਾਡੇ ਲਈ ਹੀ ਇੱਕ ਆਤਮਿਕ ਜੀਵਨ ਦੇਣ ਦੇ ਲਈ ਅੰਮ੍ਰਿਤ ਜਲ ਦਾ ਸਰੋਤ ਹੈ। ਤੇ ਆਪਾਂ ਇਸ ਸੈਂਟੈਂਸ ਨੂੰ ਕੰਪਲੀਟ ਕਰਨ ਦੇ ਲਈ ਮੈਂ ਪੜਾਂਗਾ ਪ੍ਰਕਾਸ਼ ਦੀ ਪੋਥੀ 22 ਦੀ 6 ਆਇਤ ਪੜਾਂਗੇ। ਪ੍ਰਕਾਸ਼ ਦੀ ਪੋਥੀ 22 ਅਧਿਆਏ ਦੀ 6 ਆਇਤ। ਪ੍ਰਕਾਸ਼ ਦੀ ਪੋਥੀ 22 ਅਧਿਆਏ ਦੀ 6 ਆਇਤ ਨੂੰ ਆਪਾਂ ਪੜ੍ਹਦੇ ਹਾਂ। ਠੀਕ ਹੈ ਜੀ। ਫਿਰ ਲਿਖਿਆ ਹੋਇਆ ਹੈ, ਫਿਰ ਉਹ ਮੈਨੂੰ ਆਖਿਆ, ਇਹ ਬਚਨ ਨਿਸ਼ਚਾ ਯੋਗ ਅਤੇ ਸੱਤ ਹਨ। ਪ੍ਰਭੂ ਨੇ ਜਿਹੜਾ ਨਬੀਆਂ ਦੇ ਆਤਮਿਆਂ ਦੁਆਰਾ ਪਰਮੇਸ਼ਵਰ ਹੈ ਆਪਣਾ ਦੂਤ ਘੱਲਿਆ ਕਿ ਜਿਹੜੀਆਂ ਗੱਲਾਂ ਛੇਤੀ ਹੋਣੀਆਂ ਹਨ ਸੋ ਆਪਣੇ ਦਾਸਾਂ ਨੂੰ ਵਿਖਾਵੇ। ਬਚਨ ਸਾਨੂੰ ਇਹ ਗੱਲ ਕਹਿੰਦਾ ਹੈ ਕਿ ਬਚਨ ਦੇ ਵਿੱਚ ਇੱਕ ਕਲੀਅਰ ਕੱਟ ਲਿਖਿਆ ਹੋਇਆ ਹੈ ਕਿ ਯਿਸੂ ਮਸੀਹ ਜੋ ਕਿ ਆਪਣੇ ਚੇਲੇ ਯਹੋਨਾ ਦੇ ਨਾਲ ਗੱਲਬਾਤ ਕਰ ਰਿਹਾ ਹੈ, ਉਹ ਕਲੀਅਰ ਕੱਟ ਕਹਿ ਰਿਹਾ ਕਿ ਜੋ ਮੈਂ ਨਬੀਆਂ ਦੇ ਮੂੰਹਾਂ ਦੇ ਵਿੱਚ ਪਾਇਆ, ਕਿ ਪ੍ਰਭੂ ਯਿਸੂ ਮਸੀਹ ਨੇ ਖੁਦ ਆਪਣੇ ਲਫ਼ਜ਼ਾਂ ਦੇ ਵਿੱਚ ਸਪਸ਼ਟ ਕਿਹਾ ਕਿ ਉੱਤਮ ਦਾਖਰਸ ਮੈਂ, ਸਵਰਗ ਤੋਂ ਉਤਰੀ ਹੋਈ ਰੋਟੀ ਮੈਂ ਆ, ਰਾਹ ਤੇ ਸੱਚਾਈ ਮੈਂ। ਸੱਚਮੁੱਚ ਯਿਸੂ ਮਸੀਹ ਹੀ ਇੱਕ ਜੀਵਨਦਾਇਕ ਹੈ, ਕਿਉਂਕਿ ਆਤਮਿਕ ਜੀਵਨ ਅਲੱਗ ਹੈ ਤੇ ਸਰੀਰਕ ਜੀਵਨ ਅਲੱਗ ਹੈ। ਜਿਸ ਤਰ੍ਹਾਂ ਆਤਮਿਕ ਜੀਵਨ ਦੇ ਵਿੱਚ ਆਪਾਂ ਚੱਲੀਏ, ਯਿਸੂ ਮਸੀਹ ਇੱਕ ਰਾਜਾ ਹੋਇਆ ਤੇ ਯਿਸੂ ਮਸੀਹ ਨੇ ਸਾਨੂੰ ਆਤਮਾ ਦੇ ਵਿੱਚ ਜੀਣ ਦੀਆਂ ਗੱਲਾਂ ਤੇ ਯੋਜਨਾਵਾਂ ਸਾਰੀਆਂ ਦਸੀਆਂ ਓਪਨਲੀ। ਤੇ ਦਾਊਦ ਜਿਸ ਤਰ੍ਹਾਂ ਕਿ ਸਰੀਰਕ ਜੰਗ ਨੂੰ ਗੋਲੀਅਤ ਦੇ ਉੱਤੇ, ਰਾਖਸ਼ਾਂ ਦੇ ਉੱਤੇ ਲੜ ਕੇ ਪਰਮੇਸ਼ਵਰ ਦੇ ਅੱਗੇ ਇੱਕ ਵਧੀਆ ਰਾਜਾ ਖੜਾ ਹੋਇਆ। ਤੇ ਇਸੇ ਦੇ ਵਿੱਚੋਂ ਮੈਂ 22 ਅਧਿਆਏ ਦੀ ਮੈਂ 16 ਪੜਾਂਗਾ, ਜਿੱਥੇ ਲਿਖਿਆ ਹੋਇਆ ਵਾ ਪ੍ਰਕਾਸ਼ ਦੀ ਬੁੱਕ 22 ਅਧਿਆਏ ਦੀ 16। ਮੈਂ ਯਿਸੂ ਨੇ ਕਲੀਸਿਆ ਦੇ ਲਈ ਇਹਨਾਂ ਗੱਲਾਂ ਦੀ ਸਾਖੀ ਦੇਣ ਨੂੰ ਤੁਹਾਡੇ ਕੋਲ ਆਪਣਾ ਦੂਤ ਘੱਲਿਆ ਹੈ। ਮੈਂ ਦਾਊਦ ਦੀ ਜੜ ਦਾ ਅੰਸ਼ ਹਾਂ, ਮੈਂ ਸਵੇਰ ਦਾ ਉਜਲਿਆ ਹੋਇਆ ਤਾਰਾ ਹਾਂ। ਤੇ ਯਿਸੂ ਮਸੀਹ ਬਚਨ ਦੇ ਵਿੱਚ ਕਲੀਅਰ ਕੱਟ ਕਹਿੰਦੇ ਕਿ ਮੈਂ ਹੀ ਆਪਣੇ ਦੂਤ ਤੁਹਾਡੇ ਕੋਲ ਘੱਲਦਾ ਹਾਂ ਕਿ ਤੁਸੀਂ ਆਪਣੇ ਗਲਤ ਰਾਹਾਂ ਤੋਂ ਮਨ ਫਰਾ ਕੇ ਸਹੀ ਰਾਹਾਂ ਵੱਲ ਆ ਜਾਓ। ਤੇ ਪ੍ਰਭੂ ਯਿਸੂ ਮਸੀਹ ਕਹਿੰਦਾ ਕਿ ਮੈਂ ਹੀ ਸਵੇਰ ਦਾ ਉਜਲਦਾ ਤਾਰਾ ਹਾਂ। ਤੇ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਹਾਂ, ਇਹਨਾਂ ਚੀਜ਼ਾਂ ਨੂੰ ਸਪਸ਼ਟ ਕਰਨ ਦੇ ਲਈ ਬਹੁਤ ਸਾਰੀਆਂ ਪ੍ਰੋਫੈਸੀਆਂ ਆ। ਯਸ਼ਾਇਆ ਬੁੱਕ 44 ਦੇ ਵਿੱਚ 6 ਮੈਂ ਪੜ੍ਹ ਕੇ ਸੁਣਾਉਂਦਾ ਹਾਂ। 44 ਅਧਿਆਏ ਦੀ 6 ਆਇਤ, ਯਸ਼ਾਇਆ 44 ਦੀ 6, ਜਿੱਥੇ ਲਿਖਿਆ ਹੋਇਆ ਹੈ, ਯਹੋਵਾ ਇਜ਼ਰਾਈਲ ਦਾ ਪਰਮੇਸ਼ਵਰ ਅਤੇ ਉਹ ਉਹਦਾ ਛੁਡਾਉਣ ਵਾਲਾ ਹੈ, ਸੈਨਾ ਦਾ ਯਹੋਵਾ ਐਵੇਂ ਪੁਰਾਉਂਦਾ ਕਿ ਮੈਂ ਆਦ ਹਾਂ ਨਾਲੇ ਮੈਂ ਅੰਤ ਹਾਂ, ਮੈਥੋਂ ਬਿਨਾਂ ਹੋਰ ਕੋਈ ਪਰਮੇਸ਼ਵਰ ਨਹੀਂ। ਸੋ ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੇ ਵੀ ਆਪਣੀ
ਇਸੇ ਆਇਤ ਨੂੰ ਦੁਹਰਾਇਆ ਕਿ ਪ੍ਰਕਾਸ਼ ਦੀ ਬੁੱਕ ਦੇ ਵਿੱਚ, ਜਿੱਥੇ ਮੈਂ ਤੁਹਾਨੂੰ ਪੜ੍ਹ ਕੇ ਸੁਣਾਇਆ ਸੀ 22 ਅਧਿਆਏ ਦੇ ਵਿੱਚ ਕਿ ਮੈਂ ਆਦ ਹਾਂ ਮੈਂ ਅੰਤ ਹਾਂ। ਯਿਸੂ ਮਸੀਹ ਨੇ ਕਿਹਾ ਕਿ ਖੁਦ ਯਿਸੂ ਮਸੀਹ ਆਪਣੇ ਲਫ਼ਜ਼ ਜ਼ੁਬਾਨੀ ਕਹਿ ਰਹੇ ਕਿ ਮੈਂ ਆਦ ਹਾਂ ਮੈਂ ਅੰਤ ਹਾਂ। 21 ਆਇਤ ਦੇ ਵਿੱਚ ਲਿਖਿਆ ਉਹਨੇ ਮੈਨੂੰ ਆਖਿਆ ਮੈਂ ਅਲਫਾ ਤੇ ਓਮੇਗਾ ਤੇ ਆਦ ਤੇ ਅੰਤ ਹਾਂ। ਯਿਸੂ ਮਸੀਹ ਸੱਚਮੁੱਚ ਯਿਸੂ ਮਸੀਹ ਹੀ ਇੱਕ ਸੱਚਾ ਪਰਮੇਸ਼ਵਰ ਹੈ ਜੋ ਸਾਨੂੰ ਜੀਵਨਦਾਇਕ ਹੈ। ਉਸਨੇ ਯਹੋਵਾ ਪਰਮੇਸ਼ਵਰ ਦੇ ਇੱਕ ਅਨੋਖੇ ਰੂਪ ਨੂੰ ਲੈ ਕੇ ਧਰਤੀ ਤੇ ਸਾਡੇ ਇਨਸਾਨਾਂ ਦੇ ਪਾਪਾਂ ਨੂੰ ਆ ਕੇ ਚੁੱਕਿਆ ਤੇ ਸਾਡੀ ਤਾੜਨਾ ਨੂੰ ਝੱਲਿਆ। ਸੋ ਮੈਂ ਇੱਕ ਤੁਹਾਨੂੰ ਇਸੇ ਤਰ੍ਹਾਂ ਕੰਟੈਕਸਟ ਦੱਸਦਾ ਹਾਂ ਇਸ ਚੀਜ਼ ਨੂੰ ਹੋਰ ਵੀ ਕਲੀਅਰ ਕਰਨ ਦੇ ਲਈ। ਪ੍ਰੇਰਿਤਾਂ ਦੀ ਬੁੱਕ 23 ਦੀ 13 ਦੀ 23 ਅਤੇ ਯਰਮੀਆ ਦੀ ਬੁੱਕ 23 ਅਧਿਆਏ ਦੀ 5 ਤੇ ਇਹ ਚੀਜ਼ਾਂ ਸਾਨੂੰ ਯਿਸੂ ਮਸੀਹ ਦੇ ਬਚਨਾਂ ਦੇ ਵਿੱਚ ਜੋ ਯਿਸੂ ਮਸੀਹ ਬਾਰੇ ਪ੍ਰੋਫੈਸੀਆਂ ਹੋਈਆਂ ਹੋਰ ਵੀ ਕਲੀਅਰ ਕਰਦੀਆਂ। ਤੇ ਉਸ ਤੋਂ ਬਾਅਦ ਮੈਂ ਦੱਸਦਾ ਕਿ ਯਿਸੂ ਮਸੀਹ ਦੀਆਂ ਹੋਰ ਕੰਟੈਕਟਸ ਜੋ ਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਆ ਪ੍ਰਭੂ ਯਿਸੂ ਮਸੀਹ ਖੁਦ ਸਾਡੇ ਵਿੱਚ ਆ ਕੇ ਸਾਨੂੰ ਇੱਕ ਅੰਮ੍ਰਿਤ ਜਲ ਬਾਰੇ ਜੋ ਸਿੱਖਿਆ ਦੇ ਰਹੇ ਨੇ। ਪ੍ਰਭੂ ਯਿਸੂ ਮਸੀਹ ਖੁਦ ਹੀ ਉਹ ਜੀਵਨ ਦੀ ਨਦੀ ਨੇ। ਪਰ ਆਪਾਂ ਦੇਖਦੇ ਹਾਂ ਕਿ ਅਸੀਂ ਇੰਨਾ ਕੁਝ ਜਾਣਦੇ ਹੋਇਆਂ ਵੀ ਪ੍ਰਭੂ ਤੋਂ ਦੂਰ ਹਾਂ। ਤੇ ਪ੍ਰਭੂ ਦਾ ਬਚਨ ਸਾਨੂੰ ਕਹਿੰਦਾ ਹੈ ਕਿ ਜਿਹੜੇ ਬੰਦਿਆਂ ਨੂੰ ਪ੍ਰਭੂ ਨੇ ਕਿਹਾ ਕਿ ਮੈਂ ਸਵਰਗ ਰਾਜ ਦੇ ਵਿੱਚ ਵੜਨ ਨਹੀਂ ਦਿਆਂਗਾ, ਤੇ ਉਹ ਸਾਡਾ ਸਰੀਰਕ ਰੂਪ ਹੈ ਜੋ ਬਾਈਬਲ ਬਿਆਨ ਕਰਦੀ ਹੈ। 22 ਅਧਿਆਏ ਦੇ ਵਿੱਚ ਪ੍ਰਕਾਸ਼ ਦੀ ਪੋਥੀ 22 ਅਧਿਆਏ ਅੱਗੇ ਲਿਖਿਆ ਹੋਇਆ ਬਾਹਰ ਹਨ ਕੁੱਤੇ, ਜਾਦੂਗਰ, ਹਰਾਮਕਾਰ, ਖੂਨੀ, ਮੂਰਤੀ ਪੂਜਕ ਤੇ ਹਰ ਕੋਈ ਜਿਹੜਾ ਝੂਠ ਨੂੰ ਪਸੰਦ ਕਰਦਾ ਹੈ ਤੇ ਕਮਾਉਂਦਾ ਹੈ। ਸੋ ਬਚਨ ਦੱਸਦਾ ਹੈ ਕਿ ਜਿਹੜਾ ਅਜਿਹੇ ਵਸਤਰ ਪਹਿਨਦਾ ਹੈ ਉਹ ਬਚਨ ਇਹਨਾਂ ਗੱਲਾਂ ਦੇ ਵਿੱਚ ਜਿਹੜਾ ਰੁੱਝਿਆ ਰਹਿੰਦਾ ਸਰੀਰ ਦੀਆਂ ਕਾਮਨਾਵਾਂ 'ਚ, ਉਹ ਪਰਮੇਸ਼ਵਰ ਦੇ ਰਾਜ 'ਚ ਨਹੀਂ ਵੜ ਸਕਦਾ। ਅੱਗੇ ਲਿਖਿਆ ਕਿ ਧੰਨ 14 ਅਧਿਆਏ ਦੇ ਵਿੱਚ ਲਿਖਿਆ 22 ਅਧਿਆਏ ਦੀ 14 'ਚ ਲਿਖਿਆ ਧੰਨ ਉਹ ਜਿਹੜੇ ਆਪਣੇ ਵਸਤਰ ਧੋ ਲੈਂਦੇ ਹਨ, ਉਹਨਾਂ ਨੂੰ ਜੀਵਨ ਦੇ ਬਿਰਛ ਦੇ ਉੱਤੋਂ ਖਾਣ ਦਾ ਹੱਕ ਹੋਵੇਗਾ ਤੇ ਦਰਵਾਜ਼ਾ ਥਾਣੀ ਉਸ ਨਗਰੀ ਦੇ ਅੰਦਰ ਜਾਣ ਦਾ। ਬਚਨ ਕਹਿੰਦਾ ਹੈ ਕਿ ਪਰਮੇਸ਼ਵਰ ਦਾ ਬਚਨ ਸਾਨੂੰ ਇੱਕ ਦਲੇਰੀ ਦਿੰਦਾ ਹੈ ਕਿ ਜੇ ਅਸੀਂ ਸਵਰਗ ਰਾਜ ਦੇ ਵਿੱਚ ਵੜਨਾ ਹੈ ਤਾਂ ਸਾਨੂੰ ਆਪਣੇ ਸਰੀਰ ਦੀਆਂ ਕਾਮਨਾਵਾਂ ਜੋ ਸਾਡੀਆਂ ਸਰੀਰ ਅਨੁਸਾਰ, ਜਿਸ ਤਰ੍ਹਾਂ ਕਿ ਅਸੀਂ ਆਪਣੇ ਸਰੀਰ ਦੀਆਂ ਕਾਮਨਾਵਾਂ ਨੂੰ ਪੂਰਾ ਕਰਨ ਦੇ ਲਈ ਜਾਂ ਅਸੀਂ ਸੰਸਾਰਿਕ ਧਨ ਕਮਾਉਣ ਦੇ ਲਈ ਗਲਤ ਰਾਹ ਅਪਣਾਉਂਦੇ ਹਾਂ, ਇਹ ਸਭ ਕੁਝ ਸਾਨੂੰ ਛੱਡਣਾ ਪਵੇਗਾ। ਕਿ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਤੁਸੀਂ ਜੇ ਮੇਰੇ ਤੋਂ ਪੀਓਗੇ, ਮਤਲਬ ਯਿਸੂ ਮਸੀਹ ਨੇ ਕਿਹਾ ਕਿ ਤੁਸੀਂ ਜੇ ਮੇਰੀਆਂ ਗੱਲਾਂ ਨੂੰ ਅਪਣਾ ਲਓਗੇ ਤੇ ਮੇਰੇ ਵਿੱਚ ਬਣੇ ਰਹੋਗੇ ਤਾਂ ਤੁਸੀਂ ਅਨੰਤ ਕਾਲ ਪਾਓਗੇ। ਸੋ ਮੈਂ ਅੱਗੇ ਸੇਮ ਪੜਾਂਗਾ ਅਫਸੀਸੀਆਂ ਦੀ ਬੁੱਕ 5ਵੇਂ ਅਧਿਆਏ ਦੀ 5 ਆਇਤ। ਅਫਸੀਸੀਆਂ 5 ਦੀ 5 ਪੜਾਂਗੇ। ਕਿਉਂ ਜੋ ਤੁਸੀਂ ਇਸ ਗੱਲ ਨੂੰ ਪੱਕਾ ਜਾਣਦੇ ਹੋ ਕਿ ਕਿਸੇ ਹਰਾਮਕਾਰ ਜਾਂ ਭ੍ਰਿਸ਼ਟ ਜਾਂ ਲੋਭੀ ਮਨੁੱਖ ਨੂੰ ਜੋ ਮੂਰਤੀ ਪੂਜਕ ਹੈ ਮਸੀਹ ਅਤੇ ਪਰਮੇਸ਼ਵਰ ਦੇ ਰਾਜ ਵਿੱਚ ਅਧਿਕਾਰ ਨਹੀਂ। 6 'ਚ ਲਿਖਿਆ ਕੋਈ ਤੁਹਾਨੂੰ ਫੋਕੀਆਂ ਗੱਲਾਂ ਨਾਲ ਧੋਖਾ ਨਾ ਦੇਵੇ, ਕਿਉਂ ਜੋ ਇਹਨਾਂ ਗੱਲਾਂ ਦੇ ਕਾਰਨ ਪਰਮੇਸ਼ਵਰ ਦਾ ਕੋਪ ਅਣਆਗਿਆਕਾਰੀ ਦੇ ਪੁੱਤਰਾਂ ਉੱਤੇ ਪੈਂਦਾ ਹੈ। ਸੋ ਮੈਂ ਸੇਮ ਇੱਕ ਹੋਰ ਆਇਤ ਪੜਾਂਗਾ 4ਥੇ ਅਧਿਆਏ ਦੀ ਅਫਸੀਸੀਆਂ 4 ਅਧਿਆਏ ਦੀ 31 ਆਇਤ ਨੂੰ। ਸਭ ਕੁੜੱਤਣ, ਕੋਪ, ਕ੍ਰੋਧ, ਰੌਲਾ ਅਤੇ ਦੁਰਵਚਨ ਸਾਰੀ ਬੁਰਾਈ ਸਾਨੇ ਤੋਂ ਦੂਰ ਹੋਵੇ। ਪ੍ਰਭੂ ਦਾ ਬਚਨ ਸਾਨੂੰ ਕਹਿੰਦਾ ਕਿ ਅਗਰ ਅਸੀਂ ਭ੍ਰਿਸ਼ਟ ਹਾਂ, ਅਸੀਂ ਗਲਤ ਕੰਮਾਂ ਦੇ ਵਿੱਚ ਹਾਂ, ਪਰਮੇਸ਼ਵਰ ਦਾ ਰਾਜ ਸਾਡੇ ਲਈ ਬਿਲਕੁਲ ਵੀ ਨਹੀਂ ਹੈ। ਅਗਰ ਅਸੀਂ ਯਿਸੂ ਮਸੀਹ ਦੇ ਲਹੂ ਦੇ ਨਾਲ ਆਪਣੇ ਵਸਤਰਾਂ ਨੂੰ ਧੋ ਲੈਂਦੇ ਹਾਂ ਤੇ ਉਹ ਪ੍ਰਭੂ ਦਾ ਜੋ ਪਰਮੇਸ਼ਵਰ ਨੇ ਕਿਹਾ ਕਿ ਉਹ ਉੱਤਮ ਨਦੀ ਜੋ ਕੋਈ ਤੇ ਆਇਆ ਮੇਰੇ ਤੋਂ ਪੀ ਸਕਦਾ ਆ, ਉਹ ਇਹ ਬਚਨ ਹੈ। ਪਰਮੇਸ਼ਵਰ ਦਾ ਬਚਨ ਜੋ ਸਾਨੂੰ ਦਲੇਰੀ ਦਿੰਦਾ ਹੈ। ਹੋਰ ਵੀ ਬਹੁਤ ਸਾਰੇ ਕੰਟੈਕਟਸ ਨੇ ਜੋ ਅਸੀਂ ਬਾਈਬਲ ਦੇ ਵਿੱਚ ਡੇਲੀ ਪੜ੍ਹਦੇ ਹਾਂ ਤੇ ਪਰਮੇਸ਼ਵਰ ਸਾਨੂੰ ਬਚਨਾਂ ਦੇ ਰਾਹੀਂ ਦੱਸਦਾ ਹੈ ਕਿ ਅਸੀਂ ਕਿਸ ਤਰ੍ਹਾਂ ਅਸੀਂ ਜੀਵਨ ਬਤੀਤ ਕਰਨਾ। ਤੇ ਬਚਨ ਕਹਿੰਦਾ ਕਿ ਜੇ ਅਸੀਂ ਆਪਣੇ ਪਾਪਾਂ ਨੂੰ ਮੰਨ ਲੈਂਦੇ ਹਾਂ ਤੇ ਉਹਨਾਂ ਤੋਂ ਆਪਣਾ ਮਨ ਫਿਰਾਉਂਦੇ ਹਾਂ ਤੇ ਪ੍ਰਭੂ ਸਾਨੂੰ ਇੱਕ ਜੀਵਨ ਦੇ ਜਲ ਦੀ ਜੋ ਨਦੀ ਹੈ ਯਿਸੂ ਮਸੀਹ ਖੁਦ ਹੈ, ਉਸ ਤੋਂ ਸਾਨੂੰ ਪੀਣ ਦੇ ਲਈ ਜਲ ਦਿੰਦਾ। ਉਹ ਯਿਸੂ ਮਸੀਹ ਕਹਿੰਦੇ ਨੇ ਕਿ ਜਿਹੜਾ ਕੋਈ ਜਲ ਦੀ ਨਦੀ ਤੋਂ ਪੀਂਦਾ ਹੈ, ਜੋ ਕੋ ਮੇਰੇ ਤੋਂ ਪੀਂਦਾ ਆ, ਉਹ ਅਨੰਤ ਜੀਵਨ ਕਾਲ ਪਾਵੇਗਾ। ਜਿਸ ਤਰ੍ਹਾਂ ਆਪਾਂ ਕਨਾਨੀ ਔਰਤ ਜੋ ਕਿ ਉਹਦੇ ਵਿਸ਼ੇ 'ਚ ਆਪਾਂ ਪਹਿਲਾਂ ਬਾਈਬਲ ਦੇ ਵਿੱਚ ਕੰਟੈਕਟ ਪੜ੍ਹਦੇ ਹਾਂ ਕਿ ਕਿਸ ਤਰ੍ਹਾਂ ਉਹ ਜਦੋਂ ਯਿਸੂ ਮਸੀਹ ਨੂੰ ਖੂਹ ਤੇ ਮਿਲਦੀ ਆ ਤੇ ਉਹ ਕਿੱਦਾਂ ਸਾਮਰੀ ਔਰਤ ਦੇ ਬਾਰੇ ਗੱਲ ਕਰ ਰਹੇ ਆ, ਕਿਸ ਤਰ੍ਹਾਂ ਜਦੋਂ ਉਹ ਯਿਸੂ ਮਸੀਹ ਨੂੰ ਖੂਹ ਤੇ ਮਿਲਦੀ ਆ ਤੇ ਕਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਉਸ ਨੂੰ ਕਹਿੰਦੇ ਕਿ ਜੇ ਤੂੰ ਮੇਰੇ ਤੋਂ ਪੀਊਂਗੀ ਕਦੀ ਵੀ ਪਿਆਸੀ ਨਾ ਰਹੂੰਗੀ। ਪਰ ਉਹ ਪ੍ਰਭੂ ਯਿਸੂ ਮਸੀਹ ਦੀਆਂ ਗੱਲਾਂ ਨੂੰ ਸਮਝ ਨਹੀਂ ਪਾਉਂਦੀ। ਇਸੇ ਤਰ੍ਹਾਂ ਅੱਜ ਦੇ ਸੰਸਾਰ ਦੇ ਲੋਕ
ਜੋ ਪ੍ਰਭੂ ਦੇ ਵਚਨ ਤੋਂ ਬਹੁਤ ਦੂਰ ਨੇ। ਤੇ ਜਿਸ ਤਰ੍ਹਾਂ ਅਸੀਂ ਵੀ ਦੂਰ ਸੀ, ਪਰ ਪਰਮੇਸ਼ਵਰ ਦਾ ਵਚਨ ਬੜੀਆਂ ਅਨੋਖੀਆਂ ਗੱਲਾਂ ਕਹਿੰਦਾ ਹੈ ਕਿ ਸੇਮ ਟੂ ਸੇਮ ਕਿ ਅਸੀਂ ਆਪਣੇ ਸੰਸਾਰਿਕ ਜੀਵਨ ਤੋਂ ਮੁੜ ਕੇ ਪਰਮੇਸ਼ਵਰ ਦੇ ਰਾਜ ਦੇ ਵਿੱਚ ਐਂਟਰ ਕਰਨ ਦੇ ਲਈ ਆਪਣੇ ਆਪ ਨੂੰ ਪ੍ਰਭੂ ਯਿਸੂ ਮਸੀਹ ਦੇ ਨਾਲ ਉਸ ਕਰੂਸ ਦੇ ਉੱਤੇ ਤਾੜਨਾ ਦੇ ਕੇ ਲਟਕਾਉਣਾ ਆ। ਆਪਣੀਆਂ ਕਾਮਨਾਵਾਂ ਨੂੰ, ਇਹ ਨਹੀਂ ਕਿ ਯਿਸੂ ਮਸੀਹ ਸਾਡੇ ਲਈ ਮਰ ਚੁੱਕੇ ਆ, ਇਸ ਚੀਜ਼ ਦੇ ਉੱਤੇ ਵਿਸ਼ਵਾਸ ਕਰਨਾ। ਸਿਰਫ ਇਹੀ ਨਹੀਂ ਕਿ ਅਸੀਂ ਵਿਸ਼ਵਾਸ ਕਰ ਲਿਆ ਕਿ ਹਾਂ ਯਿਸੂ ਮਸੀਹ ਮੇਰੇ ਲਈ ਮਰ ਚੁੱਕੇ ਆ, ਕੌੜੇ ਖਾ ਚੁੱਕੇ ਆ ਤੇ ਉਹਨਾਂ ਨੇ ਮੇਰੀਆਂ ਕਾਮਨਾਵਾਂ ਨੂੰ, ਕਾਮ, ਕ੍ਰੋਧ, ਮੋਹ, ਹੰਕਾਰ, ਬੈਰ, ਵਿਰੋਧ, ਗਾਲੀਆਂ, ਝਗੜਾ ਜਾਂ ਹਰ ਤਰ੍ਹਾਂ ਦੀ ਗੰਦੀ ਕਾਮਨਾ ਜੋ ਸਰੀਰ ਦੇ ਨਾਲ ਰਿਲੇਟਡ ਹੈ ਚੁੱਕ ਲਈ ਆ। ਸਿਰਫ ਇੰਨਾ ਨਹੀਂ, ਅਸੀਂ ਆਪਣੇ ਸਰੀਰ ਦੇ ਵਿੱਚ ਹਰ ਰੋਜ਼ ਦੇਖਣਾ ਕਿ ਇਹ ਸਾਡੇ ਸਰੀਰ ਦੇ ਵਿੱਚ ਕਿਤੇ ਬਾਕੀ ਤਾਂ ਨਹੀਂ, ਜਾਂ ਅਸੀਂ ਇਹ ਦੇਖਣਾ ਕਿ ਇਹ ਕੋਈ ਜਦੋਂ ਸਾਨੂੰ ਭਰਮਾਉਣ ਵਾਲਾ ਆਤਮਾ ਸਾਡੇ ਸਰੀਰ ਰਾਹੀਂ ਸਾਡੇ ਤੇ ਹੈਵੀ ਹੁੰਦਾ। ਅਸੀਂ ਯਿਸੂ ਮਸੀਹ ਦੇ ਵਚਨ ਦੇ ਵਿੱਚ, ਅਸੀਂ ਜਿੱਦਾਂ ਪ੍ਰਭੂ ਨੇ ਕਿਹਾ ਕਿ ਤੁਸੀਂ ਯਿਸੂ ਮਸੀਹ ਦੇ ਲਹੂ ਦੇ ਨਾਲ ਖਰੀਦੇ ਗਏ, ਤੁਸੀਂ ਸਟੰਪਡ ਹੋ। ਤੇ ਜੇ ਅਸੀਂ ਸਟੰਪਡ ਹਾਂ ਤਾਂ ਪ੍ਰਭੂ ਨੇ ਕਿਹਾ ਜੇ ਤੁਸੀਂ ਤੁਹਾਡੇ ਪਾਪ ਲਹੂ ਨਾਲ ਧੋਤੇ ਗਏ ਆ, ਹੁਣ ਤੁਸੀਂ ਦੇ ਆਗਿਆਕਾਰੀ ਦੇ ਵਿੱਚ ਆ ਗਏ ਆ। ਤੇ ਜੇ ਤੁਸੀਂ ਆਗਿਆਕਾਰੀ ਜਾ ਕੇ ਤਾਂ ਪ੍ਰਭੂ ਦੇ ਪੁੱਤਰ ਆ, ਪ੍ਰਭੂ ਦੇ ਪੁੱਤਰਾਂ ਦਾ ਪ੍ਰਭੂ ਦੇ ਰਾਜ ਦੇ ਅਧਿਕਾਰੀ ਵੀ ਆ। ਅਧਿਕਾਰੀਆਂ ਦਾ ਤੁਹਾਨੂੰ ਪੂਰਾ ਅਧਿਕਾਰ ਆ ਕਿ ਤੁਸੀਂ ਦੁਸ਼ਟ ਆਤਮਾਵਾਂ ਤੇ ਕਮਾਂਡ ਕਰੋ। ਸਾਨੂੰ ਪ੍ਰਭੂ ਨੇ ਅਧਿਕਾਰ ਦਿੱਤਾ ਇਹਨਾਂ ਗੰਦੀਆਂ ਦੁਸ਼ਟ ਆਤਮਾਵਾਂ ਤੇ ਜੋ ਸਰੀਰ ਦੇ ਨਾਲ ਰਿਲੇਟਡ ਆ। ਸੰਸਾਰਿਕ ਜੀਵਨ ਤੋਂ ਅਲੱਗ ਹੋਣਾ ਹੀ ਮਸੀਹਤ ਆ। ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਤੁਸੀਂ ਮੇਰੀਆਂ ਚੱਲਦੀਆਂ ਫਿਰਦੀਆਂ ਪੱਤਰੀਆਂ ਹੋ, ਤੁਹਾਨੂੰ ਦੇਖ ਕੇ ਹੀ ਲੋਕਾਂ ਨੇ ਮੇਰੇ ਮਗਰ ਆਉਣਾ, ਹਨਾ। ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਤੁਸੀਂ ਜਗਤ ਦਾ ਚਾਨਣ ਹੋ। ਤੇ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਅਨੋਖੀਆਂ ਗੱਲਾਂ ਦਿੱਤੀਆਂ। ਸਾਨੂੰ ਚਾਹੀਦਾ ਕਿ ਇੱਕ ਦੂਜੇ ਲਈ ਅਸੀਂ ਪ੍ਰਾਰਥਨਾ ਕਰਦੇ ਰਹੀਏ ਤਾਂ ਜੋ ਅਸੀਂ ਉਹ ਸਮਾਂ ਜੋ ਸੰਸਾਰ ਦੇ ਵਿੱਚ ਬੜਾ ਭਿਆਨਕ ਸਮਾਂ ਆ ਰਿਹਾ ਆ ਕਿ ਲੋਕ ਦੁਸ਼ਟਤਾ ਵੱਲ ਨੂੰ ਵੱਧਦੇ ਜਾ ਰਹੇ ਆ, ਪਾਪ ਵੱਲ ਨੂੰ, ਸਿਰਫ ਪੈਸੇ ਨੂੰ ਕਮਾਉਣ ਦੇ ਲਈ ਬੜੇ ਅਨੋਖੇ ਤੇ ਘਟੀਆ ਕੰਮ ਕਰਦੇ ਆ। ਤੇ ਜੋ ਆਪਾਂ ਇਹਨਾਂ ਚੀਜ਼ਾਂ ਤੋਂ ਦੂਰ ਰਹਿਣਾ, ਕਿਉਂਕਿ ਪ੍ਰਭੂ ਦੇ ਵਚਨ 'ਚ ਲਿਖਿਆ ਕਿ ਤੁਸੀਂ ਉਹ ਕਿਉਂ ਖਾਂਦੇ, 55 ਅਧਿਆਇ 'ਚ ਲਿਖਿਆ ਕਿ ਉਹ ਕਿਉਂ ਖਾਂਦੇ ਜੋ ਖਾਣ ਦੇ ਯੋਗ ਨਹੀਂ, ਹਨਾ। ਤੇ ਉਸ ਦੇ ਨਾਲ ਅਸੀਂ ਰੱਜਦੇ ਨਹੀਂ ਆ। ਪ੍ਰਭੂ ਕਹਿੰਦਾ ਵੀ ਤੁਸੀਂ ਉਹ ਚੀਜ਼ ਲਓ ਜਿਹਦੇ ਨਾਲ ਤੁਹਾਨੂੰ ਅਨੰਤ ਜੀਵਨ ਮਿਲਣਾ। ਸਾਰਿਆਂ ਨੂੰ ਜੈ ਮਸੀਹ ਦੀ, ਪ੍ਰੇਜ਼ ਦਾ ਲਾਰਡ।